Dear student, today we are going to start the new unit electromagnetic induction and alternating current. First of all, we will discuss what is electromagnetic induction. ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਨੂੰ ਅਸੀਂ ਸ਼ਾਰਟਕਟ ਦੇ ਵਿੱਚ ਅਸੀਂ EMI ਵੀ ਕਹਿੰਦੇ ਆ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਬੇਟਾ ਪਿਛਲੇ ਚੈਪਟਰ ਦੇ ਵਿੱਚ ਅਸੀਂ ਸਟੱਡੀ ਕੀਤਾ ਸੀਗਾ ਕਿ ਜਦੋਂ ਵੀ ਕਿਸੇ ਕੋਇਲ ਵਿੱਚੋਂ ਜਾਂ ਕਿਸੇ ਵਾਇਰ ਦੇ ਵਿੱਚੋਂ ਅਸੀਂ ਕਰੰਟ ਪਾਸ ਕਰਦੇ ਹਾਂ ਤੇ ਨਾਲ ਉਹਦੇ ਮੈਗਨੈਟਿਕ ਫੀਲਡ ਕ੍ਰੀਏਟ ਹੁੰਦਾ ਹੈ। ਜਿਹੜਾ ਔਸਟਰਡ ਐਕਸਪੈਰੀਮੈਂਟ ਅਸੀਂ ਡਿਸਕਸ ਕੀਤਾ ਸੀ ਕਿ ਜਿੱਥੇ ਕਰੰਟ ਕੈਰਿੰਗ ਵਾਇਰ ਹੁੰਦੀ ਹੈ ਉਹਦੇ ਨਾਲ ਮੈਗਨੈਟਿਕ ਫੀਲਡ ਜਿਹੜਾ ਹੈ ਪ੍ਰੋਡਿਊਸ ਹੁੰਦਾ ਹੈ ਤੇ ਚੈਪਟਰ ਦਾ ਨਾਮ ਸੀਗਾ ਸਾਡਾ ਮੈਗਨੈਟਿਕ ਇਫੈਕਟ ਆਫ ਕਰੰਟ ਕਿ ਕਰੰਟ ਕਰਕੇ ਮੈਗਨੈਟਿਕ ਫੀਲਡ ਜਿਹੜਾ ਹੈ ਉਹ ਪੈਦਾ ਹੁੰਦਾ ਹੈ। ਬਟ ਜੇ ਕਰੰਟ ਕਰਕੇ ਮੈਗਨੈਟਿਕ ਫੀਲਡ ਪੈਦਾ ਹੁੰਦਾ ਹੈ ਤੇ ਦੋ ਸਾਇੰਟਿਸਟ ਸੀਗੇ ਤੁਹਾਡੇ, ਇੱਕ ਮਾਈਕਲ ਫੈਰਾਡੇ ਤੇ ਇੱਕ ਸੀਗਾ ਹੈਨਰੀ। ਇਹਨਾਂ ਦੋਨਾਂ ਨੇ ਬਾਅਦ ਵਿੱਚੋਂ ਜਿਹੜਾ ਹੈ ਇੱਕ ਚੀਜ਼ ਜਿਹੜੀ ਹੈ ਰਿਵਰਸ ਵਿੱਚ ਪ੍ਰੋਡਿਊਸ ਕਰਕੇ ਦਿੱਤੀ ਕਿ ਜਿੱਥੇ ਮੈਗਨੈਟਿਕ ਫੀਲਡ ਹੋਏਗਾ ਉਹਦੇ ਨਾਲ ਵੀ ਅਸੀਂ ਕਰੰਟ ਜਿਹੜਾ ਹੈ EMF ਜਿਹੜੀ ਹੈ ਉਹ ਅਸੀਂ ਪੈਦਾ ਕਰ ਸਕਦੇ ਹਾਂ। ਜੇ ਕਰੰਟ ਦੇ ਨਾਲ ਮੈਗਨੈਟਿਕ ਫੀਲਡ ਪੈਦਾ ਹੋ ਸਕਦਾ ਹੈ ਤੇ ਫਿਰ ਅਸੀਂ ਮੈਗਨੈਟਿਕ ਫੀਲਡ ਦੇ ਨਾਲ ਵੀ ਜਿਹੜਾ ਹੈ ਕਰੰਟ ਪੈਦਾ ਕਰ ਸਕਦੇ ਹਾਂ। ਉਹਦੇ ਬਾਰੇ ਜਿਹੜਾ ਹੈ ਅਸੀਂ ਅੱਜ ਡਿਸਕਸ ਕਰਨ ਲੱਗੇ ਹਾਂ, ਹਾਊ ਟੂ ਪ੍ਰੋਡਿਊਸ ਕਰੰਟ ਔਰ EMF ਵਿਦ ਦਾ ਹੈਲਪ ਆਫ ਮੈਗਨੈਟਿਕ ਫੀਲਡ ਔਰ ਮੈਗਨੈਟਿਕ ਫਲਕਸ। ਮੈਗਨੈਟਿਕ ਫੀਲਡ ਫਲਕਸ ਦੇ ਰਾਹੀਂ ਅਸੀਂ ਕਿਸ ਤਰ੍ਹਾਂ ਜਿਹੜਾ ਹੈ ਅਸੀਂ ਉਹ ਪੈਦਾ ਕਰਾਂਗੇ ਕਰੰਟ ਨੂੰ। ਇਲੈਕਟ੍ਰੋ ਮੀਨਸ ਇਲੈਕਟ੍ਰਿਸਿਟੀ ਜਿਹੜੀ ਪੈਦਾ ਹੋਏਗੀ ਕਿਹਦੇ ਕਰਕੇ, ਮੈਗਨੈਟਿਕ ਫੀਲਡ ਕਰਕੇ, ਮੈਗਨੈਟਿਕ ਜਿਹੜਾ ਫਲਕਸ ਕਰਕੇ। ਇੰਡਕਸ਼ਨ ਦਾ ਮਤਲਬ ਹੋਣਾ ਜਿਹੜੀ ਚੀਜ਼ ਇੰਡਿਊਸ ਹੋਏਗੀ, ਜਿਹੜੀ ਚੀਜ਼ ਜਿਹੜੀ ਹੈ ਨਵੀਂ ਪੈਦਾ ਹੋਏਗੀ, ਇਸ ਕਰਕੇ ਨਾਮ ਹੈ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਇਲੈਕਟ੍ਰਿਸਿਟੀ ਦਾ ਪੈਦਾ ਕਰਾਂਗੇ ਮੈਗਨੈਟਿਕ ਫੀਲਡ ਨੂੰ ਚੇਂਜ ਕਰਕੇ। ਆਓ ਇਹਦੇ ਬਾਰੇ ਜਿਹੜਾ ਹੈ ਅਸੀਂ ਹੁਣ ਡਿਸਕਸ ਕਰਦੇ ਹਾਂ ਕਿ what is electromagnetic induction। ਇਸ ਨੂੰ ਡਿਟੇਲ ਦੇ ਵਿੱਚ ਸਮਝਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਇਹ ਦੋ ਫਿਗਰਸ ਜਿਹੜੀਆਂ ਬਣਾਈਆਂ ਨੇ, ਡਾਇਗਰਾਮਸ ਬਣਾਈਆਂ ਨੇ, ਇਹਨਾਂ ਨੂੰ ਅਸੀਂ ਪਹਿਲਾਂ ਸਟੱਡੀ ਕਰਦੇ ਹਾਂ। ਨਾਓ ਇਨ ਦਾ ਡਾਇਗਰਾਮ ਨੰਬਰ A you are seeing there is a coil। ਆ ਸਾਡੇ ਕੋਲ ਇੱਕ ਕੋਇਲ ਹੈ। This coil is connected with the sensitive galvanometer। ਇਹ ਅਸੀਂ ਆਲਰੇਡੀ ਡਿਸਕਸ ਕੀਤਾ ਹੈ ਕਿ ਗੈਲਵੇਨੋਮੀਟਰ ਉਹ ਡਿਵਾਈਸ ਹੁੰਦਾ ਹੈ ਜਿਹੜਾ ਕਰੰਟ ਨੂੰ ਡਿਟੈਕਟ ਕਰਦਾ ਹੈ ਜਾਂ ਕਰੰਟ ਨੂੰ ਅਸੀਂ ਇਹਦੇ ਨਾਲ ਮੈਜ਼ਰ ਕਰ ਸਕਦੇ ਹਾਂ। ਆ ਸਾਡੇ ਕੋਲ ਇੱਕ ਕੋਇਲ ਹੈ ਤੇ ਇਸ ਕੋਇਲ ਦੇ ਨਾਲ ਮੈਂ ਇੱਕ ਗੈਲਵੇਨੋਮੀਟਰ ਜਿਹੜਾ ਹੈ ਉਹ ਲਗਾਇਆ। ਨੋਟ ਕਰੋ ਕਿਤੇ ਵੀ ਮੈਂ ਇਸ ਕੋਇਲ ਦੇ ਵਿੱਚ ਕੋਈ ਬੈਟਰੀ ਕੋਈ ਸੈੱਲ ਨਹੀਂ ਲਗਾਇਆ। ਤੁਹਾਨੂੰ ਪਤਾ ਹੈ ਕਿ ਵੀ ਆ ਜਿਹੜੀ ਸਿੰਬਲ ਹੁੰਦਾ ਹੈ ਸਾਡਾ ਸੈੱਲ ਦਾ ਜਾਂ ਬੈਟਰੀ ਦਾ, ਇਹ ਮੈਂ ਕਿਤੇ ਵੀ ਨਹੀਂ ਲਗਾਇਆ। ਜੇ ਬੈਟਰੀ ਲਗਾਉਂਦੇ ਤੇ ਇਹਦੇ ਵਿੱਚ ਕਰੰਟ ਤਾਂ ਹੀ ਆਣਾ ਹੈ ਕਿਉਂਕਿ ਕੋਇਲ ਦੇ ਨਾਲ ਅਸੀਂ ਜੇ ਬੈਟਰੀ ਅਟੈਚ ਕਰਾਂਗੇ ਤਾਂ ਕਰੰਟ ਆਏਗਾ। ਪਰ ਅਸੀਂ ਕੀ ਕੀਤਾ ਹੈ, ਇਸ ਕੋਇਲ ਦੇ ਵਿੱਚ ਕਿਤੇ ਵੀ ਅਸੀਂ ਬੈਟਰੀ ਅਟੈਚ ਨਹੀਂ ਕੀਤੀ। ਜਸਟ ਅਸੀਂ ਕੀ ਕੀਤਾ ਹੈ, ਕੋਇਲ ਦੇ ਨਾਲ ਇੱਕ ਗੈਲਵੇਨੋਮੀਟਰ ਜਿਹੜਾ ਹੈ ਅਸੀਂ ਲਗਾ ਦਿੱਤਾ। ਨਾਓ ਇਹ ਸਾਡੇ ਕੋਲ ਕੀ ਹੈ, ਇੱਕ ਬਾਰ ਮੈਗਨੇਟ। ਬਾਰ ਮੈਗਨੇਟ ਜਿਹੜੀ ਤੁਸੀਂ ਆਮ ਸਕੂਲ ਦੇ ਵਿੱਚ ਅਸੀਂ 10th ਕਲਾਸ ਤੱਕ ਤੁਸੀਂ ਦੇਖੀ ਹੋਈ ਹੈ ਬਾਰ ਮੈਗਨੇਟ। ਬਾਰ ਮੈਗਨੇਟ ਦੇ ਸਾਨੂੰ ਪਤਾ ਹੈ ਦੋ ਜਿਹੜੇ ਨੇ ਅਸੀਂ ਪੋਲ ਹੁੰਦੇ ਨੇ, ਇੱਕ ਨਾਰਥ ਪੋਲ ਇੱਕ ਸਾਊਥ ਪੋਲ। ਇਹ ਆਲਰੇਡੀ ਤੁਸੀਂ ਪਿਛਲੇ ਚੈਪਟਰ 'ਚ ਅਸੀਂ ਡਿਸਕਸ ਕੀਤਾ। ਇਹ ਸਾਡੀ ਬਾਰ ਮੈਗਨੇਟ ਹੈ ਤੇ ਜਿੰਨੇ ਮੈਗਨੈਟਿਕ ਫੀਲਡ ਪ੍ਰੋਡਿਊਸ ਕਰਨਾ ਹੈ, ਮੈਗਨੈਟਿਕ ਫੀਲਡ ਪ੍ਰੋਡਿਊਸ ਕਰਨਾ ਹੋਵੇ ਤਾਂ ਸਾਨੂੰ ਬਾਰ ਮੈਗਨੇਟ ਦੀ ਲੋੜ ਪੈਂਦੀ ਹੈ। ਨਾਓ in the diagram this is a coil connected with a sensitive galvanometer and this is a bar magnet having two poles, north pole and south pole। now ਹੁਣ ਧਿਆਨ ਨਾਲ ਸੁਣਨਾ,
ਜਦੋਂ ਅਸੀਂ ਬਾਰ ਮੈਗਨੇਟ ਨੂੰ ਕੋਇਲ ਦੇ ਲਾਗੇ ਲਿਆ ਕੇ ਅਸੀਂ ਜਿਹੜਾ ਹੈ ਰੈਸਟ ਵਿੱਚ ਰੱਖਤਾ। ਆ ਸਾਡਾ ਕੋਇਲ, ਉਹਦੇ ਲਾਗੇ ਆ ਸਾਡੀ ਬਾਰ ਮੈਗਨੇਟ ਪਈ ਹੈ। ਨਾਓ ਬਾਰ ਮੈਗਨੇਟ ਦਾ ਨਾਰਥ ਪੋਲ ਦੇਖੋ ਕੋਇਲ ਦੇ ਨੀਅਰ ਹੈ। ਇਹ ਜਿਹੜੀਆਂ ਲਾਈਨਸ ਮੈਂ ਸ਼ੋ ਕੀਤੀਆਂ ਨੇ ਦੇ ਰਿਪਰੈਜ਼ੈਂਟਸ ਮੈਗਨੈਟਿਕ ਲਾਈਨਸ ਆਫ ਫੋਰਸਿਸ, ਜਿਹਨੂੰ ਬੋਲਦੇ ਆ ਮੈਗਨੈਟਿਕ ਫਲਕਸ। ਇਹ ਸਾਡੀਆਂ ਹੈਗੀਆਂ ਨੇ ਮੈਗਨੈਟਿਕ ਲਾਈਨਸ ਆਫ ਫੋਰਸਿਸ, ਜਿਹੜੀਆਂ ਨਾਰਥ ਤੋਂ ਹੋ ਕੇ ਸਾਊਥ ਵੱਲ ਜਿਹੜੀਆਂ ਵਾਪਸ ਆਉਂਦੀਆਂ ਨੇ। ਨਾਰਥ ਪੋਲ ਤੋਂ ਸਟਾਰਟ ਹੁੰਦੀਆਂ ਨੇ ਤੇ ਸਾਊਥ ਵੱਲ ਆਉਂਦੀਆਂ। ਅਸੀਂ ਇੱਕ ਮੈਗਨੇਟ ਪਕੜੀ, ਉਹਨੂੰ ਕੋਇਲ ਦੇ ਲਾਗੇ ਰੈਸਟ ਵਿੱਚ ਰੱਖ ਦਿੱਤਾ। ਕੀ ਹੋਇਆ? ਨਾਰਥ ਪੋਲ ਤੋਂ ਮੈਗਨੈਟਿਕ ਲਾਈਨਸ ਆਫ ਫੋਰਸ ਨਿਕਲੀਆਂ ਤੇ ਇਹ ਮੈਗਨੈਟਿਕ ਫਲਕਸ ਕਿੰਨੂੰ ਲਿੰਕ ਕੀਤਾ? ਦਿਸ ਮੈਗਨੈਟਿਕ ਫਲਕਸ ਲਿੰਕਡ ਵਿਦ ਦਾ ਕੋਇਲ। ਇਹ ਮੈਗਨੈਟਿਕ ਫਲਕਸ ਜਿਹੜਾ ਹੈ ਕੋਇਲ ਦੇ ਨਾਲ ਜਿਹੜਾ ਹੈ ਉਹ ਲਿੰਕ ਕਰ ਗਿਆ, ਕਿਉਂਕਿ ਅੱਗੇ ਕੋਇਲ ਪਿਆ। ਇਸ ਤਰ੍ਹਾਂ ਇਹ ਮੈਗਨੈਟਿਕ ਲਾਈਨਸ ਆਫ ਫੋਰਸ ਇਹਦੇ ਵਿੱਚੋਂ ਜਿਹੜੀਆਂ ਨੇ ਉਹ ਪਾਸ ਹੋਣਾ ਸ਼ੁਰੂ ਹੋ ਗਈਆਂ। ਨਾਓ ਜਦੋਂ ਮੈਗਨੈਟਿਕ ਫਲਕਸ ਕੋਇਲ ਦੇ ਨਾਲ ਲਿੰਕ ਕੀਤਾ, ਅਸੀਂ ਦੇਖਿਆ ਕਿ ਗੈਲਵੇਨੋਮੀਟਰ ਦੀ ਜਿਹੜੀ ਕੀ ਹੈਗੀ ਹੈ, ਜਿਹੜੀ ਸੂਈ ਹੈ, ਉਹ ਬਿਲਕੁਲ ਹੀ ਜਿਹੜੀ ਹੈ ਜ਼ੀਰੋ ਐਂਡ ਤੇ ਸੀਗੀ। ਜ਼ੀਰੋ ਐਂਡ ਦੇ ਉੱਪਰ ਉਹਦੀ ਜਿਹੜੀ ਹੈ ਉਹ ਸੂਈ ਖਲੋ ਗਈ। ਕਹਿਣ ਦਾ ਮਤਲਬ ਕਿ ਗੈਲਵੇਨੋਮੀਟਰ ਦੇ ਵਿੱਚੋਂ ਕੋਈ ਵੀ ਕਰੰਟ ਫਲੋ ਨਹੀਂ ਕਰ ਰਿਹਾ। ਅਸੀਂ ਮੈਗਨੇਟ ਨੂੰ ਜਸਟ ਕੋਇਲ ਦੇ ਲਾਗੇ ਰੈਸਟ ਵਿੱਚ ਲਾ ਕੇ ਰੱਖਤਾ ਤੇ ਮੈਗਨੈਟਿਕ ਫਲਕਸ ਲਿੰਕ ਕੀਤਾ। ਕਿਹਦੇ ਨਾਲ ਲਿੰਕ ਕੀਤਾ? ਕੋਇਲ ਦੇ ਨਾਲ। ਪਰ ਗੈਲਵੇਨੋਮੀਟਰ ਦੇ ਵਿੱਚ ਕੋਈ ਵੀ ਡਿਫਲੈਕਸ਼ਨ ਨਹੀਂ ਆਈ। ਕੋਈ ਵੀ ਡਿਫਲੈਕਸ਼ਨ ਜਿਹੜੀ ਹੈ ਫੈਰਾਡੇ ਨੇ ਨਹੀਂ ਨੋਟ ਕੀਤੀ। ਉਸ ਤੋਂ ਬਾਅਦ ਕੀ ਕੀਤਾ? ਉਹਨੇ ਮੈਗਨੇਟ ਨੂੰ ਜਿਹੜਾ ਹੈ ਮੋਸ਼ਨ ਦੇ ਵਿੱਚ ਲੈ ਕੇ ਆਂਦਾ। ਜਦੋਂ ਮੈਗਨੇਟ ਨੂੰ ਪਕੜ ਕੇ ਮੋਸ਼ਨ 'ਚ ਲਿਆਂਦਾ ਕੋਇਲ ਦੇ ਲਾਗੇ, ਇਹ ਮੰਨ ਲਓ ਨਾਰਥ ਪੋਲ ਹੈ, ਜਦੋਂ ਇਸ ਮੈਗਨੇਟ ਨੂੰ ਉਹਨੇ ਕੋਇਲ ਦੇ ਲਾਗੇ ਲਿਆਂਦਾ ਇੱਕਦਮ, ਤੇ ਕੀ ਹੋਇਆ? ਜਦੋਂ ਕੋਇਲ ਦੇ ਲਾਗੇ ਮੈਗਨੇਟ ਆਈ ਤੇ ਜਿਹੜਾ ਇਹ ਮੈਗਨੈਟਿਕ ਫਲਕਸ ਲਿੰਕ ਕਰ ਰਿਹਾ ਸੀ ਉਹ ਇਨਕਰੀਜ਼ ਹੋ ਗਿਆ। ਕਹਿਣ ਦਾ ਮਤਲਬ ਚੇਂਜ ਹੋ ਗਿਆ। ਪਹਿਲਾਂ ਤੇ ਮੈਗਨੇਟ ਸੀਗੀ ਰੈਸਟ ਵਿੱਚ, ਜਦੋਂ ਰੈਸਟ ਵਿੱਚ ਸੀਗੀ ਜਿੰਨਾ ਇਹ ਦੋਨਾਂ ਵਿੱਚ ਡਿਸਟੈਂਸ ਹੈ ਓਨਾ ਹੀ ਰਿਹਾ, ਫਿਕਸ ਹੈ, ਤੇ ਜਿੰਨਾ ਮੈਗਨੈਟਿਕ ਫਲਕਸ ਲਿੰਕ ਕਰ ਰਿਹਾ ਉਹ ਵੀ ਕਾਂਸਟੈਂਟ ਸੀਗਾ। ਪਰ ਜਿਉਂ ਹੀ ਮੈਗਨੇਟ ਕੋਇਲ ਦੇ ਲਾਗੇ ਆਈ, ਉਹਦੇ ਨਾਲ ਕੀ ਹੋਇਆ? ਮੈਗਨੈਟਿਕ ਫਲਕਸ ਲਿੰਕਡ ਵਿਦ ਦਾ ਕੋਇਲ ਇਨਕਰੀਜ਼ਸ, ਉਹ ਇਨਕਰੀਜ਼ ਹੋ ਗਿਆ ਇੱਕਦਮ। ਜਦੋਂ ਮੈਗਨੈਟਿਕ ਫਲਕਸ ਲਿੰਕਡ ਵਿਦ ਦਾ ਕੋਇਲ ਇਨਕਰੀਜ਼ ਹੋਇਆ, ਨਾਲ ਹੀ ਕੀ ਹੋਇਆ ਕਿ ਜਿਹੜਾ ਗੈਲਵੇਨੋਮੀਟਰ ਹੈ ਇਹਦੀ ਸੂਈ ਜਿਹੜੀ ਹੈ ਡਿਫਲੈਕਟ ਹੋ ਗਈ, ਇੱਕਦਮ ਹਿੱਲੀ ਸੂਈ। ਜੇ ਗੈਲਵੇਨੋਮੀਟਰ ਦੀ ਸੂਈ ਵਿੱਚ ਡਿਫਲੈਕਸ਼ਨ ਆਈ, ਇਹਦਾ ਮਤਲਬ ਹੈ ਕਿ ਸਰਕਟ ਦੇ ਵਿੱਚ ਕਰੰਟ ਪੈਦਾ ਹੋਇਆ। ਦੇਖੋ ਮੈਂ ਬੈਟਰੀ ਕਿਤੇ ਨਹੀਂ ਲਗਾਈ, ਬੈਟਰੀ ਕੋਈ ਨਹੀਂ ਲਗਾਈ, ਜਸਟ ਮੈਗਨੇਟ ਨੂੰ ਪਕੜ ਕੇ ਕੋਇਲ ਦੇ ਲਾਗੇ ਲਿਆਂਦਾ। ਜਿਉਂ ਹੀ ਮੈਗਨੇਟ ਨੂੰ ਕੋਇਲ ਦੇ ਲਾਗੇ ਲੈ ਕੇ ਆਇਆ, ਨਾਲ ਹੀ ਇਹ ਜਿਹੜੀ ਸੂਈ ਜਿਹੜੀ ਹੈ ਹਿੱਲੀ। ਇਹਦਾ ਮਤਲਬ ਕੀ ਹੋਇਆ ਕਿ ਮੈਗਨੈਟਿਕ ਫਲਕਸ ਚੇਂਜ ਕਰਕੇ, ਬੇਟਾ ਨੋਟ ਕਰੋ ਇਹ ਵਰਡ, ਚੇਂਜਿੰਗ ਮੈਗਨੈਟਿਕ ਫਲਕਸ। ਪਹਿਲਾਂ ਮੈਂ ਰੈਸਟ ਵਿੱਚ ਰੱਖਿਆ ਸੀ ਤੇ ਸੂਈ ਨਹੀਂ ਹਿੱਲੀ, ਪਰ ਜਦੋਂ ਹੀ ਅਸੀਂ ਨਾਰਥ ਪੋਲ ਨੂੰ ਮੈਗਨੇਟ ਦੇ ਲਾਗੇ ਲੈ ਕੇ ਆਏ, ਠੀਕ ਹੈ, ਨਾਲ ਹੀ ਮੈਗਨੈਟਿਕ ਫਲਕਸ ਇਨਕਰੀਜ਼ ਹੋ ਗਿਆ, ਚੇਂਜ ਹੋ ਗਿਆ। ਉਸ ਚੇਂਜਿੰਗ ਮੈਗਨੈਟਿਕ ਫਲਕਸ ਕਰਕੇ ਜਿਹੜਾ ਕੋਇਲ ਹੈ ਉਹਦੇ ਵਿੱਚ ਆਪਣਾ ਗੈਲਵੇਨੋਮੀਟਰ ਦੇ ਵਿੱਚ ਡਿਫਲੈਕਸ਼ਨ ਜਿਹੜੀ ਹੈ ਉਹ ਪੈਦਾ ਹੋਈ। that indicates that the current is set up in the coil। ਇਥੋਂ ਪਤਾ ਲੱਗਾ ਕਿ ਕੋਇਲ ਦੇ ਵਿੱਚ ਜਿਹੜਾ ਹੈ ਕਰੰਟ ਪੈਦਾ ਹੋਇਆ। ਇਸ ਕਰੰਟ ਨੂੰ ਅਸੀਂ ਬੋਲਦੇ ਹਾਂ ਇੰਡਿਊਸਡ ਕਰੰਟ। that current is called induced current। ਜਿਹੜਾ ਕਰੰਟ ਮੈਗਨੈਟਿਕ ਫਲਕਸ ਨੂੰ ਚੇਂਜ ਕਰਕੇ ਪੈਦਾ ਹੋਇਆ ਉਸ ਨੂੰ ਅਸੀਂ ਬੋਲਦੇ ਹਾਂ ਇੰਡਿਊਸਡ ਕਰੰਟ। ਇਹ ਕਰੰਟ ਤੁਹਾਡਾ ਜਿਹੜਾ ਹੈ ਉਹ ਪੈਦਾ ਹੋ ਗਿਆ ਕੋਇਲ ਦੇ ਵਿੱਚ। ਉਸ ਤੋਂ ਬਾਅਦ ਕੀ ਹੈ, ਅਸੀਂ ਡਿਫਲੈਕਸ਼ਨ ਨੋਟ ਕਰ ਲਈ। ਜਦੋਂ ਅਸੀਂ ਮੈਗਨੇਟ ਦਾ ਨਾਰਥ ਪੋਲ ਦੂਰ ਖੜਿਆ, ਜਦੋਂ ਮੈਂ ਲਾਗੇ ਖੜਿਆ ਸੀ ਤੇ ਮੈਗਨੈਟਿਕ ਫਲਕਸ ਇਨਕਰੀਜ਼ ਹੋ ਗਿਆ, ਤੇ ਜਦੋਂ ਮੈਂ ਨਾਰਥ ਪੋਲ ਨੂੰ ਦੂਰ ਖੜਿਆ ਹੁਣ ਕੀ ਹੋਏਗਾ? ਮੈਗਨੈਟਿਕ ਫਲਕਸ ਸਾਡਾ ਜਿਹੜਾ ਹੈ ਉਹ ਡਿਕਰੀਜ਼ ਹੋ ਗਿਆ। ਤੇ ਜਦੋਂ ਮੈਗਨੈਟਿਕ ਫਲਕਸ ਡਿਕਰੀਜ਼ ਹੋਇਆ,
डिफ्लैक्शन जिहड़ी है दोबारा नोट की गई, पर हुण डिफ्लैक्शन जिहड़ी है पहले दे मुकाबले ओपोजिट डायरैक्शन च आई। पहला डिफ्लैक्शन मान लो एक पासे इधर नूं आई, तो जदों नॉर्थ पोल दूर खड़िया डिफ्लैक्शन जिहड़ी है दूसरे पासे आ गई। कहने का मतलब है भावें मैग्नैटिक फ्लक्स इंक्रीज करो भावें मैग्नैटिक फ्लक्स डिक्रीज करो, हमेशा ही कोआइल दे विच जिहड़ा है वो इंड्यूस्ड करंट जिहड़ा है वो पैदा हुंदा है। इहदा मतलब इंड्यूस्ड करंट नूं पैदा करन दे लई चेंजिंग मैग्नैटिक फ्लक्स की जिहड़ी है वो जरूरत पैगी। ते जे साडा फ्लक्स जिहड़ा कांस्टेंट होएगा, असीं मैगनेट नूं नहीं लांदे, मैग्नैटिक फ्लक्स चेंज नहीं करते, वधांदे घटांदे नहीं, ते फिर जिहड़ा है यह इंड्यूस्ड करंट पैदा नहीं हुंदा। इहदा मतलब तुहाडे कोल करंट जे पैदा करना है, इंड्यूस्ड करंट पैदा करना है, ते ध्यान रखना है कि चेंजिंग मैग्नैटिक फ्लक्स होना चाहिए है। मैग्नैटिक फ्लक्स शुड बी चेंजिंग। नाउ इस तो बाद उन्हें की देखिया, ਜਦੋਂ ਫੈਰੇਡੇ ਨੂੰ ਇੰਨਾ ਪਤਾ ਲੱਗ ਗਿਆ ਵੀ ਜਦੋਂ ਮੈਗਨੇਟ ਮੈਂ ਲਾਗੇ ਕਰਦਾ ਹਾਂ ਜਾਂ ਮੈਗਨੇਟ ਨੂੰ ਮੈਂ ਦੂਰ ਕਰਦਾ ਹਾਂ ਤੇ ਨਾਲ ਹੀ ਡਿਫਲੈਕਸ਼ਨ ਪੈਦਾ ਹੁੰਦੀ ਹੈ, ਉਹਨੂੰ ਪਤਾ ਲੱਗ ਗਿਆ ਵੀ ਕਰੰਟ ਪੈਦਾ ਹੁੰਦਾ ਹੈ। ਫਿਰ ਜਦੋਂ ਉਹਨੂੰ ਖੁਸ਼ੀ ਹੋਈ ਵੀ ਪਤਾ ਲੱਗ ਗਿਆ ਵੀ ਮੈਂ ਕੋਈ ਨਾ ਕੋਈ ਚੀਜ਼ ਜਿਹੜੀ ਹੈ ਮੈਂ ਡਿਸਕਵਰ ਕਰ ਲਈ ਹੈ ਕਿ ਚੇਂਜਿੰਗ ਮੈਗਨੈਟਿਕ ਫਲਕਸ ਕਰਕੇ ਜਿਹੜਾ ਹੈ ਉਹ ਕਰੰਟ ਜਿਹੜਾ ਹੈ ਕੋਇਲ ਵਿੱਚ ਪੈਦਾ ਹੁੰਦਾ ਹੈ, ਉਹਨੂੰ ਪਤਾ ਲੱਗ ਗਿਆ। ਉਸ ਤੋਂ ਬਾਅਦ ਉਹਨੇ ਕੀ ਕੀਤਾ, इस मैगनेट नूं फास्टली मूव करना शुरू करता, क्योंकि जो रेस्ट विच रखिया सी उदों ते करंट पैदा नहीं हुंदा, ते जदों उहने मोशन च लियाता ते करंट पैदा होया। उहने सोचा क्यों ना इहनूं मैं हुण फास्टली मूव करा, मैगनेट नूं बहुत फास्ट जिहड़ा है वो कदी कोआइल दे लागे कदी दूर इस तरह करना शुरू करता। ज्यों ज्यों उहने फास्टली मूव किया इस मैगनेट नूं, फिर की होया, मैग्नैटिक फ्लक्स बहुत ज्यादा फास्ट रेट दे नाल चेंज होना शुरू हो गया। फास्ट रेट दे नाल वो चेंज होया मैग्नैटिक फ्लक्स, ते जो मैग्नैटिक फ्लक्स फास्ट रेट नाल चेंज होया, उन्हें देखा कि यह करंट की वैल्यू भी साडी वधदी गई। कहने का मतलब इंड्यूस्ड EMF जिहड़ी EMF है जिन्होंने बोलते हैं इंड्यूस्ड EMF, ओदी वैल्यू वधदी गई, क्योंकि करंट नूं पैदा करने वास्ते EMF चाहिए है। इत्थे करंट किहड़ा पैदा होंदा है, जिहड़ा करंट पैदा होया फ्लक्स चेंज करके ओदा नाम इंड्यूस्ड करंट, ते इहदे वास्ते जिहड़ी EMF रिस्पोंसिबल होएगी ओदा नाम होएगा इंड्यूस्ड EMF, ते इहनूं असीं स्मॉल e दे नाल जिहड़ा है असीं इहनूं डिनोट करदे हां। इहदा मतलब ज्यों ज्यों उहने रेट मैग्नैटिक फ्लक्स दा रेट ज्यादा करता, वो इंड्यूस्ड EMF की जिहड़ी वैल्यू है, इहदा मैगनीट्यूड है, वो भी साडा जिहड़ा है नाल दे नाल वधदा गया। इस तो उन्हें अपने रिजल्ट जिहड़े ने वो कॉपी दे उत्ते नोट कीते। हुण मैं नॉर्थ पोल लागे लैके आया सी, जरूरी नहीं है नॉर्थ लैके आओ, भावें तुसीं साउथ लै लो, नॉर्थ उधर कर लो, जिस तरह भी है। ਆਪਾਂ फिर साउथ होएगा तो फिर एरो इधर ਨੂੰ ਆਵਾਂਗੇ, इस करके डायग्राम ਅਸੀਂ ਬਣਾਉਂਦੇ ਆ। ਭਾਵੇਂ नॉर्थ पोल लैके आओ भावें साउथ पोल, मतलब मैग्नैटिक फ्लक्स ਨੂੰ ਅਸੀਂ ਕੋਆਇਲ ਦੇ ਨਾਲ ਕੀ ਕਰਨਾ ਹੈ, ਚੇਂਜ ਕਰਨਾ ਹੈ। ਨਾਓ ਹੁਣ ਸਾਨੂੰ ਇਹ ਚੀਜ਼ ਜਿਹੜੀ ਹੈ ਪਤਾ ਲੱਗ ਗਈ ਕਿ ਜਦੋਂ ਵੀ ਕਰੰਟ ਪੈਦਾ ਕਰਨਾ ਹੈ ਇੰਡਿਊਸਡ ਕਰੰਟ, ਤੇ ਸਾਨੂੰ ਮੈਗਨੈਟਿਕ ਫਲਕਸ ਨੂੰ ਚੇਂਜ ਕਰਨਾ ਪਵੇਗਾ। ਕਹਿਣ ਦਾ ਮਤਲਬ there should be relative motion between, साडे कोल जिहड़ी है relative motion होनी चाहिए है। there should be relative motion between the magnet and the coil। इन्हां विच relative मतलब एक दूजे दे अकॉर्डिंग इन्हां दी मोशन च फर्क पैना चाहिए है, फिर ਜਿਹੜੀ ਹੈ ਤੁਹਾਡਾ ਇੰਡਿਊਸਡ ਕਰੰਟ ਜਿਹੜਾ ਹੈ ਉਹ ਪੈਦਾ ਹੋਏਗਾ। ਆਈ ਥਿੰਕ ਇਹ ਤੁਹਾਨੂੰ ਕਲੀਅਰ ਹੋ ਗਿਆ। ਇਸ ਡਾਇਗਰਾਮ ਦੇ ਵਿੱਚ ਅਸੀਂ ਹੁਣ ਦੂਸਰੀ ਡਾਇਗਰਾਮ ਨੂੰ ਸਟੱਡੀ ਕਰਦੇ ਹਾਂ। ਇਹ ਕੋਆਇਲ ਤੁਹਾਡਾ ਬਿਲਕੁਲ ਸੇਮ, ਦੇਖੋ ਮੈਂ ਦੁਬਾਰਾ ਬਣਾਇਆ ਡਾਇਗਰਾਮ B ਦੇ ਵਿੱਚ ਵੀ ਇਹ ਕੋਆਇਲ ਸੇਮ ਹੈ। ਮੈਗਨੇਟ ਦੀ ਜਗ੍ਹਾ ਤੇ ਮੈਂ ਹੁਣ ਕੀ ਕੀਤਾ ਹੈ, ਇੱਕ ਰੋਡ ਲੈ ਲਈ ਆਇਰਨ ਦੀ, एक आयरन की जिहड़ी है मैं रॉड ले ली। इस आयरन की रॉड के उत्ते कोआइल लपेट लिया,
ਕੋਇਲਿੰਗ ਕਰ ਲਈ ਆਇਰਨ ਦੀ ਰੋਡ ਉੱਪਰ ਅਸੀਂ ਕੋਇਲ ਲਪੇਟ ਲਿਆ ਤੇ ਨਾਲ ਹੀ ਥੱਲੇ ਦੇਖੋ ਬੈਟਰੀ ਲਗਾਈ ਹੈ। ਇਹਦੇ ਵਿੱਚ ਅਸੀਂ ਬੈਟਰੀ ਲਗਾਈ ਹੈ ਬਾਹਰੋਂ, ਪਰ ਆਹ ਕੋਇਲ ਹੈ ਜਿਹਦੇ ਵਿੱਚ ਅਸੀਂ ਕੋਈ ਸੈੱਲ ਨਹੀਂ ਲਗਾਇਆ, ਜਸਟ ਕੀ ਲਗਾਇਆ ਮੈਂ ਗਲਵੈਨੋਮੀਟਰ। ਹੁਣ ਜਿਹੜਾ ਧਿਆਨ ਨਾਲ ਦੇਖੋ, ਇਹ ਜਿਹੜਾ ਕੋਇਲ ਹੈ ਜਿਹਦਾ ਨਾਮ ਅਸੀਂ P ਰੱਖਿਆ ਪ੍ਰਾਇਮਰੀ ਕੋਇਲ, ਦੂਜੇ ਦਾ ਨਾਮ ਅਸੀਂ ਰੱਖ ਦਿੱਤਾ ਸੈਕੰਡਰੀ। ਇਹ ਜਿਹੜਾ ਮੇਰਾ ਪ੍ਰਾਇਮਰੀ ਕੋਇਲ ਹੈ ਇਹਦੇ ਵਿੱਚ ਇਸ ਬੈਟਰੀ ਕਰਕੇ ਕਰੰਟ ਫਲੋ ਕਰੇਗਾ। ਇਹਦੇ ਵਿੱਚ ਜਿਹੜਾ ਹੈ ਦੇਖੋ ਕਰੰਟ ਫਲੋ ਹੋਣਾ ਸ਼ੁਰੂ ਹੋ ਗਿਆ ਇਸ ਕੋਇਲ ਦੇ ਵਿੱਚ। ਤੇ ਸਾਨੂੰ ਪਤਾ ਹੈ ਕਿ ਜਿੱਥੇ ਕਰੰਟ ਕੈਰਿੰਗ ਕੋਇਲ ਹੋਏਗਾ ਤੇ ਇੱਥੇ ਮੈਗਨੈਟਿਕ ਫੀਲਡ ਵੀ ਪੈਦਾ ਹੋਏਗਾ। ਇੱਥੇ ਸਿੱਧੀ ਮੈਗਨੇਟ ਲੈ ਲਈ ਤੇ ਮੈਗਨੈਟਿਕ ਫਲਕਸ ਲਿੰਕ ਕਰਾ ਲਿਆ। ਅਸੀਂ ਮੈਗਨੇਟ ਦੀ ਜਗ੍ਹਾ ਦੇ ਉੱਤੇ ਅਸੀਂ ਇੱਕ ਰੋਡ ਲਈ ਆਇਰਨ ਦੀ, ਉਹਦੇ ਉੱਤੇ ਕੋਇਲ ਚੜਾ ਲਿਆ ਤੇ ਕੋਇਲ ਦੇ ਵਿੱਚੋਂ ਅਸੀਂ ਕਰੰਟ ਪਾਸ ਕੀਤਾ ਤੇ ਜਦੋਂ ਕੋਇਲ ਵਿੱਚੋਂ ਕਰੰਟ ਲੰਘੇਗਾ ਤੇ ਸਾਨੂੰ ਪਤਾ ਹੈ ਕਿ ਉਹ ਜਿਹੜਾ ਸੋਲੇਨਾਇਡ ਹੈ ਕੋਇਲ, ਉਹਦੇ ਅੰਦਰ ਮੈਗਨੈਟਿਕ ਫੀਲਡ ਪੈਦਾ ਹੋਏਗਾ ਤੇ ਉਹ ਮੈਗਨੈਟਿਕ ਫੀਲਡ ਕਰਕੇ ਆਹ ਜਿਹੜੀ ਰੋਡ ਹੈ ਇਹ ਵੀ ਸਾਡੀ ਜਿਹੜੀ ਹੈ ਨਾਰਥ ਪੋਲ ਤੇ ਸਾਊਥ ਪੋਲ, ਕਹਿਣ ਦਾ ਮਤਲਬ ਇਹ ਵੀ ਇੱਕ ਕਿਸਮ ਦੀ ਬਾਰ ਮੈਗਨੇਟ ਬਣ ਜਾਂਦੀ ਹੈ। ਕਹਿਣ ਦਾ ਮਤਲਬ ਜੇ ਸਾਡੇ ਕੋਲ ਬਾਰ ਮੈਗਨੇਟ ਨਹੀਂ ਹੈ ਫਿਰ ਅਸੀਂ ਮੈਗਨੈਟਿਕ ਫੀਲਡ ਪੈਦਾ ਕਰਨ ਦਾ ਤਰੀਕਾ ਕੀ ਲੱਭ ਲਿਆ ਕਿ ਕੋਇਲ ਦੇ ਵਿੱਚੋਂ ਕਰੰਟ ਪਾਸ ਕਰਤਾ। ਹੁਣ ਇਹਦੇ ਵਿੱਚ ਮੈਗਨੈਟਿਕ ਫਲਕਸ ਕ੍ਰੀਏਟ ਹੋ ਗਿਆ। ਹੁਣ ਇਸ ਕੋਇਲ ਨੂੰ ਕਦੀ ਲਾਗੇ ਲੈ ਕੇ ਆਏ, ਦੇਖੋ ਮੋਸ਼ਨ ਲਿਖਿਆ ਹੈ, ਇਸ ਕੋਇਲ ਨੂੰ ਅਸੀਂ ਲਾਗੇ ਲੈ ਕੇ ਆਨੇ ਆ ਜਾਂ ਇਸ ਕੋਇਲ ਨੂੰ ਇਹ ਤੋਂ ਦੂਰ ਖੜਦੇ ਆ, ਗੱਲ ਸੇਮ ਹੀ ਹੈ। ਇਹ ਵੀ ਇੱਕ ਕਿਸਮ ਦਾ ਮੈਗਨੇਟ ਹੀ ਬਣ ਗਈ। ਤੇ ਜਦੋਂ ਚੇਂਜਿੰਗ ਅਸੀਂ ਦੇਖਿਆ ਮੈਗਨੈਟਿਕ ਫਲਕਸ ਕੀਤਾ ਤੇ ਇਹਦੇ ਗਲਵੈਨੋਮੀਟਰ ਦੇ ਵਿੱਚ ਵੀ ਸਾਡੀ ਜਿਹੜੀ ਹੈ ਉਹ ਡਿਫਲੈਕਸ਼ਨ ਜਿਹੜੀ ਹੈ ਉਹ ਪੈਦਾ ਹੋ ਗਈ। ਕਹਿਣ ਦਾ ਮਤਲਬ ਹੈ ਕਿ ਤੁਸੀਂ ਮੈਗਨੈਟਿਕ ਫਲਕਸ ਲਿੰਕਡ ਵਿਦ ਦਾ ਕੋਇਲ ਇਹਨੂੰ ਚੇਂਜ ਕਰਨਾ, ਉਹ ਜਿਸ ਤਰ੍ਹਾਂ ਮਰਜ਼ੀ ਤੁਸੀਂ ਚੇਂਜ ਕਰੋ। ਜ਼ਰੂਰੀ ਨਹੀਂ ਹੈ ਕਿ ਮੈਗਨੇਟ ਨੂੰ ਅੱਗੇ ਪਿੱਛੇ ਕਰਨਾ ਹੈ। ਅਸੀਂ ਆ ਵੀ ਕਰ ਸਕਦੇ ਹਾਂ, ਮੈਗਨੇਟ ਨੂੰ ਰੈਸਟ ਵਿੱਚ ਰੱਖ ਲਓ, ਮੰਨ ਲਓ ਮੈਗਨੇਟ ਤੁਹਾਡੀ ਰੈਸਟ ਵਿੱਚ ਰਹੇ, ਕੋਇਲ ਨੂੰ ਅੱਗੇ ਪਿੱਛੇ ਕਰ ਲਓ। ਜਦੋਂ ਕੋਇਲ ਅੱਗੇ ਆਏਗਾ ਪਿੱਛੇ ਜਾਏਗਾ ਮੈਗਨੈਟਿਕ ਫਲਕਸ ਆਪਣੇ ਆਪ ਚੇਂਜ ਹੋ ਗਿਆ। ਪਰ ਕੋਇਲ ਨੂੰ ਮੂਵ ਕਰਨਾ ਥੋੜਾ ਡਿਫਿਕਲਟ ਹੈ, ਅਸੀਂ ਮੈਗਨੇਟ ਨੂੰ ਜਿਹੜਾ ਹੈ ਅਸੀਂ ਮੂਵ ਕਰਾਉਂਦੇ ਆ ਤਾਂ ਜੋ ਫਲਕਸ ਸਾਡਾ ਜਿਹੜਾ ਚੇਂਜ ਹੋਵੇ। ਤੇ ਜਦੋਂ ਚੇਂਜ ਹੁੰਦਾ ਤੇ ਇੰਡਿਊਸਡ ਕਰੰਟ ਜਿਹੜਾ ਹੈ ਉਹ ਪੈਦਾ ਹੁੰਦਾ ਹੈ। ਜੇ ਜ਼ਿਆਦਾ ਕਰੰਟ ਚਾਹੁੰਦੇ ਹੋ, ਜ਼ਿਆਦਾ ਇੰਡਿਊਸਡ EMF ਚਾਹੁੰਦੇ ਹੋ, ਤੁਹਾਨੂੰ ਫਿਰ ਜਿਹੜਾ ਫਲਕਸ ਹੈ ਇਹਨੂੰ ਫਾਸਟ ਰੇਟ ਦੇ ਨਾਲ ਕੀ ਕਰਨਾ ਪਏਗਾ, ਉਹਨੂੰ ਚੇਂਜ ਕਰਨਾ ਪਏਗਾ। ਲੇਕਿਨ ਚੇਂਜਿੰਗ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ ਹੈ। ਇਸ ਤੋਂ ਬਾਅਦ ਫੈਰਾਡੇ ਨੇ ਜੋ ਇਹ ਸਾਰਾ ਕੁਝ ਆਬਜ਼ਰਵ ਕੀਤਾ, ਉਹਨੇ ਜਿਹੜਾ ਹੈ ਇਸ ਸਾਰੀ ਦੀ ਸਾਰੀ ਜਿਹੜੀ ਆਬਜ਼ਰਵੇਸ਼ਨ ਨੂੰ ਆਪਣੇ ਲਾਜ਼ ਦੇ ਵਿੱਚ ਜਿਹੜਾ ਹੈ ਐਕਸਪਲੇਨ ਕਰਤਾ। ਇਹਨੇ ਦੋ ਲਾਜ਼ ਬਣਾਏ ਨੇ, ਇੱਕ ਫੈਰਾਡੇ ਸਾਡਾ ਬਣੇਗਾ ਫਰਸਟ ਲਾਅ ਤੇ ਦੂਸਰਾ ਬਣੇਗਾ ਸਾਡੇ ਕੋਲ ਫੈਰਾਡੇ ਸੈਕੰਡ ਲਾਅ। ਇਹ ਦੋਨੋਂ ਲਾਜ਼ ਨੂੰ ਮੈਂ ਪਹਿਲਾਂ ਬਲੈਕ ਬੋਰਡ ਤੇ ਤੁਹਾਨੂੰ ਮੈਂ ਲਿਖ ਦੇਣਾ ਤੇ ਨਾਲ ਦੇ ਨਾਲ ਅਸੀਂ ਜਿਹੜੇ ਇਹਨਾਂ ਨੂੰ ਜਿਹੜਾ ਆਪਾਂ ਸਟੱਡੀ ਵੀ ਜਿਹੜਾ ਆਪਾਂ ਨਾਲ ਨਾਲ ਸਮਝਦੇ ਵੀ ਹਾਂ। ਨਾਓ ਫੈਰਾਡੇ ਦੇ ਸਾਡੇ ਜਿਹੜੇ ਦੋ ਲਾਜ਼ ਸਾਨੂੰ ਜਿਹੜੇ ਦਿੱਤੇ ਨੇ, ਜੋ ਆਬਜ਼ਰਵ ਕੀਤਾ, ਆਓ ਇਸ ਨੂੰ ਅਸੀਂ ਜਿਹੜਾ ਹੈ ਡਿਸਕਸ ਕਰੀਏ। ਫੈਰਾਡੇ ਦਾ ਪਹਿਲਾ ਜਿਹੜਾ ਸਾਡਾ ਨਿਯਮ ਹੈ, whenever the changing magnetic flux linked with the coil, ਜਦੋਂ ਵੀ ਕੋਇਲ ਦੇ ਨਾਲ ਚੇਂਜਿੰਗ ਮੈਗਨੈਟਿਕ ਫਲਕਸ ਲਿੰਕ ਕਰੋਗੇ, ਬੇਟਾ ਆਹ ਵਰਡ ਦਾ ਬਹੁਤ ਹੀ ਜ਼ਿਆਦਾ ਜਿਹੜਾ ਹੈ ਇਹਦੀ ਇੰਪੋਰਟੈਂਸ ਹੈ, ਧਿਆਨ ਰੱਖਣਾ ਹੈ। whenever the changing magnetic flux linked with the coil, ਜਦੋਂ ਵੀ ਕੋਇਲ ਦੇ ਨਾਲ ਮੈਗਨੈਟਿਕ ਫਲਕਸ ਚੇਂਜ ਕਰੋਗੇ, then induced EMF or current, induced EMF ਤੇ ਕਰੰਟ ਜਿਹੜਾ ਹੈ ਇਸ ਸੈਟਅਪ ਉਹ ਪੈਦਾ ਹੋਏਗਾ। ਕਿਹਦੇ ਵਿੱਚ ਪੈਦਾ ਹੋਏਗਾ? ਇਨ ਦਾ ਕੋਇਲ। ਜਦੋਂ ਮੈਗਨੈਟਿਕ ਫਲਕਸ ਚੇਂਜ ਕੀਤਾ ਤੇ ਇੰਡਿਊਸਡ ਕਰੰਟ ਤੇ ਜਾਂ ਇੰਡਿਊਸਡ EMF ਕੋਇਲ ਵਿੱਚ ਪੈਦਾ ਹੋਏਗੀ। ਐਂਡ ਵਿਚ ਲਾਸਟ, ਕਿੰਨਾ ਚਿਰ ਰਹੇਗੀ? ਕੀ ਇਹ ਹਮੇਸ਼ਾ ਰਹੇਗੀ? ਇੱਕ ਵਾਰ ਅਸੀਂ ਮੈਗਨੈਟਿਕ ਫਲਕਸ ਜਿਹੜਾ ਲਿੰਕ ਕਰਤਾ ਚੇਂਜ ਕਰਕੇ, ਕੀ ਉਹ ਕਰੰਟ ਹਮੇਸ਼ਾ ਲਈ ਰਹੇਗਾ? ਨਹੀਂ। ਵਿਚ ਲਾਸਟ ਸੋ ਲੌਂਗ ਐਜ਼, ਕਿੰਨਾ ਚਿਰ? the changing magnetic flux linked with the coil, ਜਿੰਨਾ ਚਿਰ ਅਸੀਂ ਮੈਗਨੈਟਿਕ ਫਲਕਸ ਚੇਂਜ ਕਰੀ ਜਾਵਾਂਗੇ
ਉਹਨਾਂ ਚਿਰ ਇਹ ਜਿਹੜਾ ਹੈ ਕਰੰਟ ਪੈਦਾ ਹੋਏਗਾ। ਉਸ ਤੋਂ ਬਾਅਦ ਜੇ ਅਸੀਂ ਮੈਗਨੈਟਿਕ ਫਲਕਸ ਨੂੰ ਚੇਂਜ ਕਰਨਾ ਬੰਦ ਕਰਤਾ ਫਿਰ ਸਾਡੇ ਕੋਲ ਕੀ ਹੋਏਗਾ, ਉਹ ਕਰੰਟ ਵੀ ਜਿਹੜਾ ਹੈ ਉਹ ਬੰਦ ਹੋ ਜਾਏਗਾ। ਬੇਟਾ ਤੁਸੀਂ ਜਨਰੇਟਰ ਦੇਖਿਆ ਹੋਇਆ, ਏਸੀ ਜਨਰੇਟਰ ਆਮ ਤੁਸੀਂ ਘਰਾਂ ਵਿੱਚ ਵਰਤਦੇ ਆ ਵੀ ਜਨਰੇਟਰ ਸੁਣਿਆ, ਜਿਹੜਾ ਇਲੈਕਟ੍ਰਿਸਿਟੀ ਜਿਹੜਾ ਉਹ ਪੈਦਾ ਕਰਨ ਵਾਲਾ। ਉਹਦੇ ਵਿੱਚ ਵੀ ਅਸੀਂ ਜਦੋਂ ਉਹਨੂੰ ਕੋਇਲ ਨੂੰ ਅਸੀਂ ਘੁਮਾਉਂਦੇ ਆ ਨਾ, ਉਹ ਮੈਗਨੈਟਿਕ ਫਲਕਸ ਚੇਂਜ ਕਰਵਾਉਂਦੇ ਆ। ਤੇ ਜਦੋਂ ਜਨਰੇਟਰ ਨੂੰ ਅਸੀਂ ਬੰਦ ਕਰ ਦਿੰਦੇ ਆ, ਮੈਗਨੈਟਿਕ ਫਲਕਸ ਚੇਂਜ ਹੋਣਾ ਬੰਦ ਹੋ ਜਾਂਦਾ ਹੈ, ਫਿਰ ਉਹ ਜਿਹੜਾ ਹੈ ਉਹ ਕਰੰਟ ਦੇਣਾ ਬੰਦ ਕਰ ਦਿੰਦਾ ਹੈ। ਜਨਰੇਟਰ ਵੀ ਜਿਹੜਾ ਹੈ ਇਸੇ ਪ੍ਰਿੰਸੀਪਲ ਦੇ ਉੱਪਰ ਬਣਿਆ ਹੈ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੇ ਉੱਤੇ। ਆਈ ਥਿੰਕ ਕਿ ਤੁਹਾਨੂੰ ਪਹਿਲਾ ਲਾਅ ਕਲੀਅਰ ਹੈ ਕਿ ਚੇਂਜਿੰਗ ਮੈਗਨੈਟਿਕ ਫਲਕਸ ਲਿੰਕ ਕਰੋ, ਇੰਡਿਊਸਡ ਈਐਮਐਫ ਪੈਦਾ ਹੋ ਜਾਏਗੀ, ਵਿਚ ਵਿਲ ਲਾਸਟ ਕਿੰਨਾ ਚਿਰ ਰਹੇਗੀ, ਜਿੰਨਾ ਚਿਰ ਚੇਂਜਿੰਗ ਮੈਗਨੈਟਿਕ ਫਲਕਸ ਜਿਹੜਾ ਕੋਇਲ ਦੇ ਨਾਲ ਜਿਹੜਾ ਹੈ ਉਹ ਲਿੰਕ ਕੀਤਾ ਰਹੇਗਾ। ਨਾਓ ਸੈਕੰਡ ਲਾਅ ਕੀ ਕਹਿੰਦਾ ਹੈ, ਦੂਜਾ ਲਾਅ ਕੀ ਕਹਿੰਦਾ ਹੈ, ਜਿੰਨਾ ਜ਼ਿਆਦਾ ਚੇਂਜ ਕਰੋਗੇ ਮੈਗਨੈਟਿਕ ਫਲਕਸ ਨੂੰ ਓਨੀ ਜ਼ਿਆਦਾ ਈਐਮਐਫ ਪੈਦਾ ਹੋਏਗੀ। ਨਾਓ the magnitude of induced EMF, induced EMF ਦੀ ਜਿਹੜੀ ਕਿੰਨੀ ਕੁ ਵੈਲਿਊ ਪੈਦਾ ਹੋਣਗੀ, ਕਿੰਨੇ ਕੁ ਵੋਲਟ ਪੈਦਾ ਹੋਣਗੇ ਜਿਹੜੀ ਸੈਟਅਪ ਹੋਏਗੀ ਕੋਇਲ ਦੇ ਵਿੱਚ, is directly proportional to, ਉਹ ਕਿਹਦੇ ਡਾਇਰੈਕਟਲੀ ਹੈ, ਡਿਪੈਂਡ ਕਰਦੀ ਹੈ ਰੇਟ ਆਫ ਚੇਂਜ, ਕਿਸ ਰੇਟ ਦੇ ਨਾਲ, ਕਿਸ ਸਪੀਡ ਦੇ ਨਾਲ ਅਸੀਂ ਮੈਗਨੈਟਿਕ ਫਲਕਸ ਨੂੰ ਜਿਹੜਾ ਚੇਂਜ ਕਰਦੇ ਆ। ਜ਼ਿਆਦਾ ਫਾਸਟਲੀ ਚੇਂਜ ਕਰੋਗੇ, ਰੇਟ ਜ਼ਿਆਦਾ ਰੱਖੋਗੇ, ਦਵਾ ਦਵ ਚੇਂਜ ਕਰੋਗੇ, ਓਨੀ ਇੰਡਿਊਸਡ ਈਐਮਐਫ ਦੀ ਵੈਲਿਊ ਜਿਹੜੀ ਹੈ ਉਹ ਜ਼ਿਆਦਾ ਪੈਦਾ ਹੋਏਗੀ। ਆਈ ਥਿੰਕ ਕਿ ਤੁਹਾਨੂੰ ਇਹ ਦੋਨੋਂ ਲਾਜ਼ ਜਿਹੜੇ ਨੇ ਉਹ ਕਲੀਅਰ ਹੋ ਗਏ। ਪਹਿਲਾ ਲਾਅ ਤੇ ਤੁਹਾਨੂੰ ਕਲੀਅਰ ਹੈ ਕਿ ਜੇ ਮੈਗਨੈਟਿਕ ਫਲਕਸ ਤੁਸੀਂ ਲਿੰਕ ਕਰੋਗੇ ਤੇ ਸਾਡੇ ਕੋਲ ਇੰਡਿਊਸਡ ਈਐਮਐਫ ਜਿਹੜੀ ਹੈ ਉਹ ਪੈਦਾ ਹੋਏਗੀ, ਹਮੇਸ਼ਾ ਵਾਸਤੇ ਨਹੀਂ ਹੋਏਗੀ, ਉਹਨਾਂ ਚਿਰ ਰਹੇਗੀ ਜਿੰਨਾ ਚਿਰ ਮੈਗਨੈਟਿਕ ਫਲਕਸ ਨੂੰ ਤੁਸੀਂ ਚੇਂਜ ਕਰ ਰਹੇ ਹੋ। ਨਾਓ ਇਸ ਤੋਂ ਬਾਅਦ ਅਸੀਂ ਕੀ ਕਰਨ ਲੱਗੇ ਆ, ਦੇਖੋ ਸੈਕੰਡ ਲਾਅ ਜਿਹੜਾ ਹੈ ਇਸ ਨੂੰ ਅਸੀਂ ਮੈਥੇਮੈਟਿਕਲੀ ਜਿਹੜਾ ਲਿਖਣ ਲੱਗੇ ਆ। ਮੈਥੇਮੈਟਿਕਲੀ E ਦਾ ਮਤਲਬ ਇੰਡਿਊਸਡ ਈਐਮਐਫ ਜਿਹੜੀ ਪੈਦਾ ਹੋਈ ਉਹਦਾ ਮੈਗਨੀਟਿਊਡ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ, is directly proportional to rate of change of magnetic flux। induced EMF ਜਿਹੜੀ ਪੈਦਾ ਹੋਏਗੀ ਉਹ directly proportional to rate of change of magnetic flux। ਟਾਈਮ ਦੇ ਅਕੋਰਡਿੰਗ ਤੁਸੀਂ ਕਿੰਨਾ ਚੇਂਜ ਕਰਦੇ ਹੋ, ਕਿਸ ਸਪੀਡ ਨਾਲ ਤੁਸੀਂ ਮੈਗਨੈਟਿਕ ਫਲਕਸ ਵਿੱਚ ਚੇਂਜ ਲੈ ਕੇ ਆਉਂਦੇ ਹੋ, ਤੇ ਉਹਦੇ ਅਕੋਰਡਿੰਗ ਚੱਲੇਗੀ। ਤੇ ਫਾਈ ਦਾ ਮਤਲਬ ਹੈ ਮੈਗਨੈਟਿਕ ਫਲਕਸ, ਇਹ ਨੋਟ ਕਰ ਲਓ ਬੇਟਾ, ਫਾਈ ਦਾ ਮਤਲਬ ਮੈਗਨੈਟਿਕ ਫਲਕਸ, ਤੇ ਮੈਗਨੈਟਿਕ ਫਲਕਸ ਦਾ ਫਾਰਮੂਲਾ ਸਾਨੂੰ ਪਤਾ ਹੀ ਹੈ ਕਿ B.ds, ਮੈਗਨੈਟਿਕ ਫਲਕਸ B.ds। ਜਿਸ ਤਰ੍ਹਾਂ ਬੇਟਾ ਅਸੀਂ ਗੌਸੀਸ ਥਿਊਰਮ ਪੜ੍ਹੀ ਸੀ, ਉਹਦੇ ਵਿੱਚ ਅਸੀਂ ਇਲੈਕਟ੍ਰਿਕ ਫਲਕਸ ਬਾਰੇ ਪੜ੍ਹਿਆ, ਤੇ ਇਲੈਕਟ੍ਰਿਕ ਫਲਕਸ ਨੂੰ ਅਸੀਂ E ਵੈਕਟਰ ਡਾਟ ds ਪਾਉਂਦੇ ਆ, ਸਮਾਲ ਇਲੈਕਟ੍ਰਿਕ ਫਲਕਸ। ਇਸੇ ਤਰੀਕੇ ਦੇ ਨਾਲ ਸਾਡੇ ਕੋਲ ਮੈਗਨੈਟਿਕ ਫਲਕਸ ਹੋਏਗਾ B ਮੈਗਨੈਟਿਕ ਫੀਲਡ ਡਾਟ ਕੀ ਆ ਜਾਏਗਾ ਸਾਡੇ ਕੋਲ ds। ਨਾਓ ਇਹਨੂੰ ਅਸੀਂ ਸਟੇਟਮੈਂਟ ਨੂੰ ਪੜ੍ਹਨਾ ਕਿਸ ਤਰ੍ਹਾਂ ਹੈ, the magnitude of induced EMF is directly proportional to rate of change, D ਦਾ ਮਤਲਬ ਹੀ ਹੈ small change, rate time ਦੇ according, time rate of change of magnetic flux। ਔਰ ਜਦੋਂ ਅਸੀਂ ਇਕੁਅਲ ਦਾ ਨਿਸ਼ਾਨ ਆਪਾਂ ਲਗਾਵਾਂਗੇ, ਪ੍ਰਪੋਰਸ਼ਨਲ ਹਟਾ ਕੇ ਇੱਥੇ ਕੋਈ ਨਾ ਕੋਈ ਸਾਡੇ ਕੋਲ ਕੀ ਆ ਗਿਆ, ਕੋਈ ਕਾਂਸਟੈਂਟ, ਤੇ ਨਾਲ ਅਸੀਂ ਜਿਹੜਾ ਹੈ ਉਹ ਮਾਈਨਸ ਦਾ ਨਿਸ਼ਾਨ ਲਾ ਕੇ ਚੱਲਾਂਗੇ, ਸਾਡੇ ਕੋਲ ਆ ਜਾਏਗਾ d phi by dt। k is a constant, ਤੇ ਇਸ ਕਾਂਸਟੈਂਟ ਦੀ ਜਿਹੜੀ ਵੈਲਿਊ ਹੈ SI ਸਿਸਟਮ ਹੋਵੇ ਜਾਂ ਕੋਈ ਵੀ ਸਿਸਟਮ ਹੈ, ਸਾਨੂੰ ਇਹਦੀ ਵੈਲਿਊ ਜਿਹੜੀ ਹੈ ਫਾਈਂਡ ਹੋਈ ਉਹ 1, ਬਟ k equal to 1, ਭਾਵੇਂ SI ਸਿਸਟਮ ਹੈ ਜਾਂ CGS, ਵੈਲਿਊ 1। this imply E ਦੀ ਵੈਲਿਊ ਆ ਗਈ ਮਾਈਨਸ d phi by dt। E ਦੀ ਜਿਹੜੀ ਵੈਲਿਊ ਸਾਡੇ ਕੋਲ ਆ ਰਹੀ ਹੈ
it will be equal to minus d phi by dt. This is the formula to calculate the magnitude of induced EMF, and this is a second law. Magnitude of induced EMF is directly proportional to rate of change of magnetic flux. मान लो suppose पहला फ्लक्स सीगा phi 1, पहला मैग्नेटिक फ्लक्स कितना सी लिंक phi 1, ਜਦੋਂ ਅਸੀਂ ਉਹਨੂੰ ਚੇਂਜ ਕੀਤਾ ਨਵਾਂ ਫਲਕਸ ਕਿੰਨਾ ਹੋ ਗਿਆ phi 2। ਪਹਿਲਾ ਮੈਗਨੇਟ ਇੱਥੇ ਸੀ ਉਦੋਂ phi 1 ਫਲਕਸ ਲਿੰਕ ਹੋ ਰਿਹਾ ਸੀ, ਜਦੋਂ ਮੈਗਨੇਟ ਇੱਥੇ ਲਾਗੇ ਆ ਗਈ ਉਦੋਂ ਫਲਕਸ ਕਿੰਨਾ ਆ ਗਿਆ ਮੰਨ ਲਓ phi 2। ਦੱਸੋ ਫਿਰ ਸਾਡੇ ਕੋਲ ਜਿਹੜੀ ਹੈ ਚੇਂਜ ਇਨ ਮੈਗਨੈਟਿਕ ਫਲਕਸ ਕਿੰਨਾ ਆਇਆ phi 2 ਮਾਈਨਸ phi 1। ਪਹਿਲਾ ਫਲਕਸ phi 1 ਲਿੰਕ ਕਰ ਰਿਹਾ ਸੀ ਮੰਨ ਲਓ, ਉਸ ਤੋਂ ਬਾਅਦ ਨਵਾਂ ਫਲਕਸ ਕਿੰਨਾ ਲਿੰਕ ਕੀਤਾ phi 2, ਤੇ ਚੇਂਜ ਕਿੰਨੀ ਆਈ phi 2 ਮਾਈਨਸ phi 1। ਤੇ ਟਾਈਮ ਟੇਕਨ ਟੂ ਚੇਂਜ, ਇਸ ਚੇਂਜ ਨੂੰ ਪੈਦਾ ਕਰਨ ਜਿਹੜਾ ਟਾਈਮ ਲੱਗਾ ਉਹ ਸਪੋਜ਼ ਕਿੰਨਾ ਟਾਈਮ ਲੱਗਾ t। ਮੰਨ ਲਓ ਵੀ ਸਾਡੇ ਕੋਲ ਟਾਈਮ ਲੱਗਾ ਹੈਗਾ t। ਪਹਿਲਾ ਫਲਕਸ ਇਨੀਸ਼ੀਅਲ ਫਲਕਸ phi 1, ਫਾਈਨਲ ਫਲਕਸ phi 2, ਚੇਂਜ ਇਨ ਫਲਕਸ phi 2 ਮਾਈਨਸ phi 1, ਤੇ ਟਾਈਮ ਟੇਕਨ ਟੂ ਚੇਂਜ ਕਿੰਨਾ ਲੱਗਾ t, ਤੇ ਇੱਥੇ ਵੈਲਿਊ ਭਰ ਦਾਂਗੇ। therefore E is equal to minus what is this change in flux, ਤੇ change in flux ਕਿੰਨਾ ਹੈ ਸਾਡੇ ਕੋਲ that will be equal to phi 2 minus phi 1 ਤੇ divided by ਜਿੰਨਾ ਟਾਈਮ ਲੱਗਾ ਮੰਨ ਲਓ ਅਸੀਂ ਥੱਲੇ ਲਿਖ ਦਿੰਦੇ ਹਾਂ t। this is the formula to calculate the in value of induced EMF। induced EMF ਦੀ ਵੈਲਿਊ ਜਿਹੜੀ ਹੈ ਅਸੀਂ ਇਸ ਤਰੀਕੇ ਦੇ ਨਾਲ ਜਿਹੜੀ ਆਪਾਂ ਇਹਨੂੰ ਕੈਲਕੂਲੇਟ ਕਰ ਸਕਦੇ ਹਾਂ। ਨਾਓ ਜੇਕਰ ਮੈਨੂੰ ਪਹਿਲਾਂ ਫਲਕਸ ਹੈਗਾ ਮੈਨੂੰ ਪਤਾ ਲਿੰਕ 10, ਬਾਅਦ ਵਿੱਚ ਫਲਕਸ ਵੱਧ ਕੇ 12 ਹੋ ਗਿਆ, ਚੇਂਜ ਕਿੰਨੀ ਆਈ ਪਹਿਲਾਂ 10 ਸੀ ਬਾਅਦ ਚੋਂ 12 ਹੋ ਗਿਆ, ਚੇਂਜ ਕਿੰਨੀ ਆਈ 2, ਉੱਪਰ 2 ਆ ਜਾਏਗਾ, ਤੇ ਜਿੰਨਾ ਟਾਈਮ ਲੱਗਾ ਮੰਨ ਲਓ 5 ਸੈਕਿੰਡ ਲੱਗੇ ਉਹਨੂੰ ਚੇਂਜ ਹੋਣ ਚ, ਥੱਲੇ ਅਸੀਂ 5 ਨਾਲ ਡਿਵਾਈਡ ਕਰਕੇ ਇਸ ਤਰ੍ਹਾਂ ਅਸੀਂ ਇੰਡਿਊਸਡ EMF ਦੀ ਵੈਲਿਊ ਫਾਈਂਡ ਆਊਟ ਕਰਾਂਗੇ। ਤੇ ਇਹ ਸਾਡਾ ਹੈਗਾ ਜੇ ਫੈਰਾਡੇ ਸੈਕੰਡ ਲਾਅ, ਤੇ ਇਹੋ ਹੀ ਅਸੀਂ ਜਿਹੜਾ ਲਾਅ ਹੈ ਅੱਗੇ ਵੀ ਲੈ ਕੇ ਜਾਣਾ ਹੈ ਪੂਰੇ ਚੈਪਟਰ ਦੇ ਵਿੱਚ। ਇਸ ਨੂੰ ਯਾਦ ਰੱਖਣਾ ਹੈ E is equal to minus d phi by dt। E is equal to minus d phi by dt। now ਬੇਟਾ ਜਦੋਂ ਅਸੀਂ ਕਨਸਟੈਂਟ ਲਗਾਇਆ ਸੀ k ਤੇ ਨਾਲ ਦੇਖੋ ਇੱਕ ਨੈਗੇਟਿਵ ਸਾਈਨ ਵੀ ਲਗਾਇਆ, ਇਹ ਬਹੁਤ ਹੀ ਇੰਪੋਰਟੈਂਟ ਹੈ, ਇਹਨੂੰ ਮੈਂ ਹੁਣ ਗੱਲ ਕਰਨ ਲੱਗਾ। ਪਹਿਲਾਂ ਅਸੀਂ ਡਿਸਕਸ ਕਰ ਲਿਆ ਸਾਰਾ ਕਿ ਚੇਂਜ ਕਿਵੇਂ ਕੱਢਣੀ ਹੈ, ਬਟ ਵਾਟ ਡਸ ਦਿਸ ਨੈਗੇਟਿਵ ਸਾਈਨ ਰਿਪਰੈਜ਼ੈਂਟ। ਇਹ ਨੈਗੇਟਿਵ ਸਾਈਨ ਜਿਹੜਾ ਹੈ ਕੀ ਰਿਪਰੈਜ਼ੈਂਟ ਕਰਦਾ ਹੈ ਬੇਟਾ? ਇਹ ਨੈਗੇਟਿਵ ਸਾਈਨ ਜਿਹੜਾ ਹੈ ਸਾਨੂੰ ਡਾਇਰੈਕਸ਼ਨ ਦੱਸਦਾ ਹੈ ਇੰਡਿਊਸਡ ਕਰੰਟ ਦੀ। ਨੈਗੇਟਿਵ ਸਾਈਨ ਸਾਨੂੰ ਇੰਡਿਊਸਡ ਕਰੰਟ ਦੀ ਡਾਇਰੈਕਸ਼ਨ ਬਾਰੇ ਦੱਸੇਗਾ। ਕਹਿਣ ਦਾ ਮਤਲਬ ਕਿ ਜਿਹੜੀ ਚੀਜ਼ ਇੰਡਿਊਸਡ ਕਰੰਟ ਨੂੰ ਇੰਡਿਊਸਡ EMF ਨੂੰ ਪੈਦਾ ਕਰਦੀ ਹੈ ਤੇ ਇੰਡਿਊਸਡ ਕਰੰਟ ਦੀ ਡਾਇਰੈਕਸ਼ਨ ਉਹਦੇ ਹੀ ਜਿਹੜੀ ਹੈ ਅਗੇਂਸਟ ਹੋ ਜਾਂਦੀ ਹੈ। ਜਿਹੜੀ ਚੀਜ਼ ਇੰਡਿਊਸਡ ਕਰੰਟ ਨੂੰ ਜਾਂ EMF ਨੂੰ ਪੈਦਾ ਕਰਦੀ ਹੈ ਤੇ ਜਿਹੜਾ ਸਾਡਾ ਇੰਡਿਊਸਡ ਕਰੰਟ ਹੈ ਉਹਨੂੰ ਹੀ ਅਪੋਜ਼ ਕਰਦਾ ਹੈ। ਕਹਿਣ ਦਾ ਮਤਲਬ ਮੰਨ ਲਓ ਜੇ ਮੈਂ ਇਹ ਨਾਰਥ ਪੋਲ ਕੋਇਲ ਦੇ ਲਾਗੇ ਲਿਆ ਰਿਹਾ, ਇਹਦਾ ਮਤਲਬ ਇਹਦੇ ਵਿੱਚ ਕਰੰਟ ਪੈਦਾ ਹੋਇਆ। ਇਹ ਤੇ ਮੈਗਨੇਟ ਹੈ, ਇਹ ਸਾਡਾ ਕੋਇਲ ਹੈ ਜਿਹੜੀ ਮੈਂ ਡਾਇਗਰਾਮ ਪਹਿਲਾਂ ਬਣਾਈ ਸੀ। ਜਦੋਂ ਮੈਂ ਇਹਨੂੰ ਲਾਗੇ ਲੈ ਕੇ ਆ ਰਿਹਾ ਮੈਗਨੇਟ ਨੂੰ, ਤੇ ਕੀ ਹੋਇਆ ਮੈਗਨੈਟਿਕ ਫਲਕਸ ਵੱਧ ਰਿਹਾ ਕਿ ਘਟ ਰਿਹਾ? ਮੈਗਨੈਟਿਕ ਫਲਕਸ ਵੱਧਦਾ ਪਿਆ। ਇਹਦੇ ਵਿੱਚ ਕੀ ਪੈਦਾ ਹੋਈ? ਇੰਡਿਊਸਡ ਕਰੰਟ EMF ਪੈਦਾ ਹੋਈ। ਇਹਦੀ ਡਾਇਰੈਕਸ਼ਨ ਇਸ ਤਰ੍ਹਾਂ ਪੈਦਾ ਹੁੰਦੀ ਹੈ ਕਿ ਜਿਹੜੀ ਚੀਜ਼ ਨੇ ਇਹਨੂੰ ਪੈਦਾ ਕੀਤਾ ਇਹ ਉਹਨੂੰ ਹੀ ਅਪੋਜ਼ ਕਰਨਾ ਸ਼ੁਰੂ ਕਰ ਦਿੰਦੀ ਹੈ। ਇਹ ਕੀ ਕਰੇਗੀ? ਮੈਗਨੈਟਿਕ ਫਲਕਸ ਇਨਕਰੀਜ਼ ਨੂੰ ਅਪੋਜ਼ ਕਰੇਗੀ। ਇਹਨੂੰ ਅਸੀਂ ਬੋਲਦੇ ਹਾਂ ਲੈਂਜ਼ਜ਼ ਲਾਅ। ਇਹ ਅਸੀਂ ਜਿਹੜਾ ਹੈ ਨੈਕਸਟ ਲੈਕਚਰ ਦੇ ਵਿੱਚ ਆਪਾਂ ਇਹਨੂੰ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ।
ਤੇ ਇਥੋਂ ਤੱਕ ਜਿਹੜਾ ਹੈ ਤੁਸੀਂ ਪਹਿਲਾਂ ਮੇਨ ਸਟੱਡੀ ਕਰ ਲਓ ਤੇ ਇਹ ਦੋ ਲਾਜ਼ ਜਿਹੜੇ ਨੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਯਾਦ ਕਰ ਲਓ। ਤੇ ਹੁਣ ਅਸੀਂ ਨੈਕਸਟ ਲੈਕਚਰ ਦੇ ਵਿੱਚ ਡਾਇਰੈਕਸ਼ਨ ਆਫ ਇੰਡਿਊਸਡ EMF ਬਾਰੇ ਜਿਹੜਾ ਹੈ ਉਹ ਲੈਂਜ਼ਸ ਲਾਅ ਜਾਂ ਸਾਡੇ ਕੋਲ ਫਲੈਮਿੰਗ ਰਾਈਟ ਹੈਂਡ ਰੂਲ ਲਗਾ ਕੇ ਅਸੀਂ ਡਿਸਕਸ ਕਰਨੀ ਹੈ। ਪਹਿਲਾਂ ਅਸੀਂ ਜਿਹੜਾ ਪਿਛਲੇ ਚੈਪਟਰ 'ਚ ਫਲੈਮਿੰਗ ਲੈਫਟ ਹੈਂਡ ਰੂਲ ਬਾਰੇ ਪੜਿਆ, ਜਿਹੜਾ ਲੌਰੈਂਜ ਫੋਰਸ ਦੀ ਡਾਇਰੈਕਸ਼ਨ ਦੱਸਦਾ ਹੈ, ਪਰ ਇੰਡਿਊਸਡ ਕਰੰਟ ਦੀ ਡਾਇਰੈਕਸ਼ਨ ਲੱਭਣ ਵਾਸਤੇ ਜਾਂ ਤੇ ਅਸੀਂ ਲੈਂਜ਼ਸ ਲਾਅ ਲਗਾਉਂਦੇ ਆ ਤੇ ਜਾਂ ਅਸੀਂ ਜਿਹੜਾ ਹੈ ਫਲੈਮਿੰਗ ਰਾਈਟ ਹੈਂਡ ਰੂਲ ਜਿਹੜਾ ਹੈ ਉਹਦੀ ਹੈਲਪ ਲਵਾਂਗੇ। ਆਈ ਥਿੰਕ ਤੁਹਾਨੂੰ ਅੱਜ ਦਾ ਲੈਕਚਰ ਜਿਹੜਾ ਹੈ ਬੜੇ ਚੰਗੇ ਤਰੀਕੇ ਦੇ ਨਾਲ ਸਮਝ ਆ ਜਾਏਗਾ। ਥੈਂਕ ਯੂ।